ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ ਪਿੰਡ ਦਦੇਰ ਸਾਹਿਬ ਦੇ ਨੇੜੇ ਵਸਿਆ ਹੋਇਆ ਇੱਕ ਛੋਟਾ ਜਿਹਾ ਪਿੰਡ ਠੱਠੇ ਪਹੁੰਚੇ ਹਾਂ। ਇੱਥੇ ਸਾਨੂੰ ਪਤਾ ਲੱਗਾ ਸੀ ਕਿ ਇੱਕ ਗੁਰਮੁਖ ਪਰਿਵਾਰ ਦੇ ਦੋ ਬੱਚੇ ਜਿਹੜੇ ਨੇ ਉਹ ਕਾਫੀ ਦਿੱਕਤ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਸੋ ਅੱਜ ਅਸੀਂ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਪਿੰਡ ਠੱਠੇ ਵਿਖੇ ਪਹੁੰਚੇ ਹਾਂ। ਅਤੇ ਆਓ ਸੰਗਤ ਜੀ, ਆਪ ਸਭ ਸੰਗਤਾਂ ਦੀ ਸਾਂਝ ਮੈਂ ਉਹਨਾਂ ਦੋਨਾਂ ਹੀ ਭੈਣ ਭਰਾਵਾਂ ਦੇ ਨਾਲ ਪਾਉਣਾ ਵਾ ਜਿਹੜੇ ਕਾਫੀ ਸਮੇਂ ਤੋਂ ਜਿਹੜੇ ਇੱਕ ਪ੍ਰੋਬਲਮ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ, ਕਿਉਂਕਿ ਖੁੱਲ੍ਹ ਕੇ ਤੇ ਉਹੀ ਇਸ ਗੱਲ ਬਾਰੇ ਦੱਸ ਸਕਦੇ ਨੇ ਕਿ ਅਸਲ ਦੇ ਵਿੱਚ ਉਹਨਾਂ ਨੂੰ ਕੀ ਪ੍ਰੋਬਲਮ ਹੈ। ਅਤੇ ਆਓ ਸੰਗਤ ਜੀ ਚੱਲਦੇ ਹਾਂ ਉਸ ਪਰਿਵਾਰ ਦੇ ਕੋਲ। ਸੁਣਿਆ ਜੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਪਿੰਡ ਪਹੁੰਚੀ। ਮੈਂ ਚਾਹੁੰਦਾ ਆਪ ਥੋੜ੍ਹੀ ਜਿਹੀ ਜ਼ਰੂਰ ਸੰਗਤ ਨਾਲ ਸਾਂਝ ਪਾਓ, ਅਸਲ ਦੇ ਵਿੱਚ ਕੀ ਪ੍ਰੋਬਲਮ ਹੈ ਤੁਹਾਨੂੰ? ਪ੍ਰੋਬਲਮ ਇਹੀ ਹੈ ਕਿ ਜਦੋਂ ਪਹਿਲਾਂ ਐਕਸੀਡੈਂਟ ਹੋਇਆ ਵਾ ਦੋਨਾਂ ਭੈਣ ਭਰਾਵਾਂ ਦਾ, ਅਤੇ ਸਾਨੂੰ ਜਿਨ੍ਹਾਂ ਨੇ ਚੁੱਕਿਆ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ। ਉਦੋਂ ਸਾਡਾ ਆਪਰੇਸ਼ਨ ਹੋ ਸਕਿਆ, ਨਹੀਂ ਤਾਂ ਪਤਾ ਨਹੀਂ ਹੋਣਾ ਨਹੀਂ ਸੀ ਜਿੱਦਾਂ ਦੇ ਸਾਡੇ ਘਰ ਦੇ ਹਾਲਾਤ ਆ। ਪਰ ਅੱਜ ਸਾਨੂੰ ਸਾਲ ਤੋਂ ਉੱਤੇ ਹੋ ਗਿਆ ਅਤੇ ਰੋਟ ਨਹੀਂ ਕਢਾਈ ਜਾ ਰਹੀ। ਇਹਦਾ ਕਰਕੇ ਅਸੀਂ ਇਹੀ ਕਹਿੰਦੇ ਕਿ ਸਾਡੀ ਰੋਟ ਕਢਾਉਣ 'ਚ ਹੈਲਪ ਕੀਤੀ ਜਾਵੇ। ਸੋ ਵੀਰ ਜੀ, ਤੁਸੀਂ ਦੋਵੇਂ ਜਾ ਰਹੇ ਸੀ ਜਦੋਂ ਇਹ ਐਕਸੀਡੈਂਟ, ਮੈਂ ਚਾਹੁੰਦਾ ਜ਼ਰੂਰ ਥੋੜ੍ਹੀ ਜਿਹੀ ਇਹ ਗੱਲ ਤੁਸੀਂ ਸੰਗਤ ਨਾਲ ਸਾਂਝੀ ਕਰੋ। ਇਹ ਕਦੋਂ ਦੀ ਇਹ ਘਟਨਾ ਜਿਹੜੀ ਇਹ ਵਾਪਰੀ ਅਤੇ ਕਿਵੇਂ ਕਿੱਥੋਂ ਆ ਰਹੇ ਸੀ ਤੁਸੀਂ? ਠੱਕਰ ਕੌੜੇ ਆਉਂਦਾ ਸੀ, ਭੈਣ ਤੋਂ ਆਉਂਦਾ ਸੀ ਵੱਡੀ ਤੋਂ, ਅਤੇ ਉਹ ਬਾਅਦ 'ਚ ਆਉਂਦਿਆਂ ਰਾਹ 'ਚ ਇੱਧਰੋਂ ਸਰਿਆੜੀ ਵੱਲੋਂ ਗੱਡੀ ਜਾਂਦੀ ਸੀ, ਉਹ ਵਿੱਚ ਵੱਜੀ ਜਦੋਂ। ਫਿਰ ਉੱਥੇ ਡਿੱਗੇ, ਐਕਸੀਡੈਂਟ ਹੋ ਗਿਆ। ਫਿਰ ਉਹ ਪੱਟੀ ਦਾ ਕੋਈ ਆ ਗਿਆ, ਉਹਨੇ ਚੱਕ ਲਿਆ ਸੀ ਸਾਨੂੰ। ਅੱਛਾ ਜੀ। ਹਾਂਜੀ। ਮਤਲਬ ਜਿਹੜੀ ਗੱਡੀ ਤੁਹਾਨੂੰ ਮਾਰ ਕੇ ਸੁੱਟ ਗਈ ਸੀ ਉੱਥੋਂ ਤੱਕ ਪਹੁੰਚ ਨਹੀਂ ਕੀਤੀ ਗਈ, ਜਾਂ ਵੀ ਕੌਣ ਸੀ ਉਹ ਪਤਾ ਨਹੀਂ ਲੱਗਾ ਉਹਨਾਂ ਦਾ? ਨਹੀਂ ਜੀ, ਉਹਨਾਂ ਦਾ ਬੜਾ ਪਤਾ ਕੀਤਾ ਪਰ ਨਹੀਂ, ਕੁਝ ਨਹੀਂ ਪਤਾ ਲੱਗਾ ਉਹਨਾਂ। ਬੇਹੋਸ਼ ਹੋ ਗਿਆ ਵੱਜਦਾ ਸਾਰੀ, ਤੇ ਨੰਬਰ ਨਹੀਂ ਦੇਖਿਆ ਨਹੀਂ ਗਿਆ। ਅੱਛਾ ਜੀ। ਹਾਂਜੀ ਜੀ। ਵੀ ਤੁਹਾਡਾ ਜਦੋਂ ਐਕਸੀਡੈਂਟ ਹੋਇਆ ਅਤੇ ਉਹ ਗੱਡੀ ਵਾਲੇ ਮਾਰ ਕੇ ਜਿਹੜੇ ਸੀ ਉਹ ਚਲੇ ਗਏ ਸੀ, ਅਤੇ ਇੱਕ ਪੁਲਿਸ ਵਾਲੇ ਨੇ ਤੁਹਾਨੂੰ ਚੁੱਕ ਕੇ ਖੜਿਆ ਸੀ। ਫਿਰ ਉਹ ਕਿੱਦਾਂ ਮੈਨੇਜ ਕੀਤਾ, ਕਿਉਂਕਿ ਉਹਨਾਂ ਨੇ ਤਾਂ ਦਾਖਲ ਕਰਵਾਤਾ ਹੋਊਗਾ, ਬਾਕੀ ਇਲਾਜ ਦਾ ਖਰਚਾ ਫਿਰ ਕਿਵੇਂ ਮੈਨੇਜ ਕੀਤਾ ਤੁਸੀਂ? ਹਾਂਜੀ, ਪਿੰਡੋਂ ਫਿਰ ਸੰਜੋਗ ਬਣਾਇਆ ਪਿੰਡੋਂ, ਅਤੇ ਬਾਕੀ ਉਹਨਾਂ ਵੀ ਕੀਤੀ, ਥੋੜ੍ਹਾ ਹੈਲਪ ਕੀਤੀ। ਅਗਲੇ ਦਿਨ ਪਹੁੰਚੇ ਸੀ ਪੈਸੇ ਲੈ ਕੇ ਸਾਡੇ ਲਈ। ਸਾਡਾ ਇੱਕ ਤਾਂ ਆਪਰੇਸ਼ਨ ਹੋ ਗਿਆ ਸੀ, ਦੂਜੇ ਮੇਰਾ ਉਤਰਾ ਹੀ ਪਿਆ ਸੀ ਅਜੇ। ਰਹਿ ਗਿਆ ਸੀ ਨਾ। ਹਾਂਜੀ, ਵੀਰੇ ਦਾ ਤੇ ਰਿਸ਼ਤੇਦਾਰਾਂ ਕਰਕੇ, ਪਿੰਡ ਦਿਆਂ ਕਰਕੇ, ਇਸ ਕਰਕੇ ਹੋ ਗਿਆ ਸੀ ਨਾ। ਅਤੇ ਅਗਲੇ ਦਿਨ ਉਹ ਜਦੋਂ ਉੱਥੇ ਪਹੁੰਚੇ ਉਹਨਾਂ ਬਹੁਤ ਮਦਦ ਕੀਤੀ, ਇਸ ਕਰਕੇ ਮੇਰਾ ਹੋ ਸਕਿਆ, ਨਹੀਂ ਤਾਂ ਸ਼ਾਇਦ ਨਹੀਂ ਸੀ ਹੋ ਸਕਦਾ। ਜਿਵੇਂ ਤੁਹਾਡੀ ਕਿੰਨੇ ਥਾਂ ਮਤਲਬ ਲੱਤ ਟੁੱਟੀ ਸੀ? ਮੈਂ ਚਾਹੁੰਦਾ ਜ਼ਰੂਰ ਥੋੜ੍ਹੀ ਜਿਹੀ ਤੁਸੀਂ ਸੰਗਤ ਨਾਲ ਇਸ ਗੱਲ ਦੀ ਸਾਂਝ ਪਾਓ। ਤਿੰਨਾਂ ਥਾਂ ਟੁੱਟੀ ਆ, ਦੋ ਇੱਥੋਂ ਲੱਤ ਤੋਂ ਟੁੱਟੀ ਤੇ ਇੱਕ ਪੱਟ। ਹਾਂਜੀ। ਹੁਣ ਕੀ ਪਰੇਸ਼ਾਨੀ ਆ ਰਹੀ ਹੈ, ਮਤਲਬ ਤੁਰਨ ਫਿਰਨ ਦੇ ਵਿੱਚ, ਜਾਂ ਹੋਰ ਕਈ ਵਾਰੀ ਕਈ ਚੀਜ਼ਾਂ ਪ੍ਰੋਬਲਮ ਕ੍ਰੀਏਟ ਹੋ ਜਾਂਦੀਆਂ ਨੇ, ਜਿਵੇਂ ਪੇਨ ਹੁੰਦੀ ਹੈ ਕਿ ਜਾਂ ਜ਼ਿਆਦਾ ਤੁਰਿਆ ਨਹੀਂ ਜਾਂਦਾ? ਪੇਨ ਵੀ ਹੁੰਦੀ ਆ, ਬਾਕੀ ਇੱਕ ਪੈਰਾਂ ਭਾਰ ਨਹੀਂ ਬੈਠਾ, ਰਾੜ ਇੱਥੋਂ ਦਰਦ ਨਿਕਲਦੀ, ਇੱਕ ਚੂਲੇ ਤੋਂ ਨਿਕਲਦੀ, ਇੱਕ ਤਾਂ ਗੋਡੇ ਤੋਂ ਨਿਕਲਦੀ। ਹਾਂਜੀ। ਸੋ ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਨਾਲ ਬੜੀ ਡੀਪਲੀ ਜਿਹੜੀ ਇਹ ਦੋਨਾਂ ਹੀ ਭੈਣ ਭਰਾਵਾਂ ਨੇ ਜਿਹੜੀ ਸਾਂਝ ਪਾਈ ਹੈ ਕਿ ਅਸਲ ਦੇ ਵਿੱਚ ਕਿਹੜੀ ਪ੍ਰੋਬਲਮ ਆ ਜਿਹਦੇ ਨਾਲ ਉਹਨਾਂ ਨੂੰ ਤੁਰਨ ਫਿਰਨ ਦੇ ਵਿੱਚ ਜਿਹੜਾ ਵਾ ਉਹ ਕਾਫੀ ਦਿੱਕਤ ਜਿਹੜੀ ਹੈ ਸੰਗਤ ਜੀ ਉਹ ਆ ਰਹੀ ਹੈ। ਸੋ ਦੋਨੇ ਹੀ ਨੌਜਵਾਨ ਭੈਣ ਭਰਾ ਨੇ, ਪਰ ਜਦੋਂ ਮੇਰੇ ਹਿਸਾਬ ਨਾਲ ਭੈਣੇ ਇਵੇਂ ਦੀ ਕੋਈ ਦਿੱਕਤ ਆ ਜਾਂਦੀ ਉਦੋਂ ਜ਼ਿਆਦਾ ਔਖਾ ਹੁੰਦਾ ਹੈ ਮੈਡੀਕਲ ਜਦੋਂ। ਹਾਂਜੀ, ਕਿੱਦਾਂ, ਕੀ ਮਤਲਬ? ਮਤਲਬ ਪ੍ਰਸ਼ਾਦਾ ਪਾਣੀ ਤਾਂ ਮੇਰੇ ਹਿਸਾਬ ਨਾਲ ਸਾਰੇ ਪਰਿਵਾਰਾਂ ਦਾ ਵਧੀਆ, ਪਰ ਜਦੋਂ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਉਦੋਂ ਹੀ ਔਖਾ ਹੁੰਦਾ ਹੋਣਾ। ਹਾਂਜੀ, ਉਦੋਂ ਬਹੁਤ ਔਖਾ ਹੁੰਦਾ ਵਾ। ਇਹੋ ਜਿਹੀ ਪ੍ਰੋਬਲਮ ਤਾਂ ਹਰੇਕ ਨੂੰ ਇਹੀ ਆਨੇ ਵੀ ਆਵੇ ਹੀ ਨਾ, ਜਿੱਦਾਂ ਦੀ ਸਾਨੂੰ ਆਈ। ਸੋ ਸੰਗਤ ਜੀ, ਇਸੇ ਕਰਕੇ ਅਸੀਂ ਅੱਜ ਪਿੰਡ ਠੱਠੇ ਵਿਖੇ ਪਹੁੰਚ ਕੀਤੀ ਸੀ ਸੰਗਤ ਜੀ, ਕਿਉਂਕਿ ਆਪ ਸਭ ਸੰਗਤਾਂ ਨੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦੀ ਇਹ ਡਿਊਟੀ ਲਾਈ ਹੈ ਕਿ ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਹੁੰਦਾ ਹੈ ਉੱਥੋਂ ਤੱਕ ਪਹੁੰਚ ਕਰਕੇ ਅਤੇ ਉਹਨਾਂ ਦੇ ਹਾਲਾਤ ਜਿਹੜੇ ਆ ਸੰਗਤ ਜੀ ਉਹ ਸਾਂਝੇ ਕੀਤੇ ਜਾਂਦੇ ਨੇ। ਸੋ ਕਾਫੀ ਦਿੱਕਤ ਦੇ ਵਿੱਚ ਜਿਹੜੇ ਇਸ ਵਕਤ ਦੇ ਦੋਨੇ ਭੈਣ ਭਰਾ ਜਿਹੜੇ ਨੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਸੋ ਇਸੇ ਕਰਕੇ ਅੱਜ ਅਸੀਂ ਇੱਥੇ ਪਹੁੰਚ ਕੀਤੀ ਹੈ ਅਤੇ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਉਹ ਸੰਗਤ ਜੀ ਸਾਂਝ ਪਾਈ। ਇੱਥੇ ਇਹਨਾਂ ਦੇ ਮਾਤਾ ਜੀ ਵੀ, ਮੈਂ ਆਪ ਸਭ ਸੰਗਤਾਂ ਦੀ ਇਹਨਾਂ ਦੇ ਨਾਲ ਵੀ ਸਾਂਝ ਪਾਉਣਾ ਚਾਹੁੰਦਾ। ਮਾਤਾ ਜੀ ਕਹਿੰਦੇ ਵੀ ਸਿਆਣੇ ਸਾਡੇ ਕਹਿੰਦੇ ਹੁੰਦੇ ਸੀ ਕਿ ਧੀਆਂ ਪੁੱਤ ਜਵਾਨ ਹੋਣ ਅਤੇ ਮਾਂ ਪਿਓ ਦੇ ਜਿਹੜੇ ਦਲ ਆ ਉਹ ਟੁੱਟਦੇ ਆ, ਪਰ ਹੁਣ ਸਮਾਂ ਐਵੇਂ ਦਾ ਆ ਗਿਆ ਕਿ ਕਿਤੇ ਨਾ ਕਿਤੇ ਬੱਚੇ ਜਿਹੜੇ ਆ ਜਵਾਨ ਵੀ ਆ, ਅਤੇ ਮਨ ਦੇ ਵਿੱਚ ਜਿਹੜੀ ਕਈ ਖਿਆਲ ਵੀ ਆਉਂਦੇ ਹੋਣਗੇ ਜ਼ਰੂਰ। ਬਹੁਤ ਆਉਂਦੇ ਆ, ਬਹੁਤ ਵੀਰ ਆਉਂਦੇ, ਖਿਆਲ ਵੀ ਆਉਂਦੇ ਆ ਵੀ ਕੀ ਇਹ ਸਾਡੇ ਨਾਲ ਘਪਾਣਾ ਨਾ ਵਰਤਦਾ ਬੱਚਿਆਂ ਦਾ। ਗਾਂਹ ਬੱਚੇ ਕੋਈ ਕੰਮ ਕਰਦੇ, ਕੋਈ ਗਾਂਹ ਤਰੱਕੀ ਹੁੰਦੀ।
ਇਹੋ ਆਨੇ ਆ ਤੇ ਅੱਗੇ ਹੀ ਆਪਦਾ ਟਾਈਮ ਬੜਾ ਔਖਾ ਲੰਘਣ ਡਿਆ ਤੇ ਇਹੋ ਆਖੀ ਦੇ ਬੱਚੇ ਚਲ ਵੱਡੇ ਹੋਣਗੇ, ਕੋਈ ਕੰਮ ਕਰਨਗੇ, ਚਲੋ ਕਾਰੋਬਾਰ ਗਾਂਹ ਵਧੂਗਾ। ਤੇ ਇਹੋ ਹੀ ਆਨੇ ਵੀ ਜੇ ਕਾਰੋਬਾਰ ਨਹੀਂ ਤੇ ਬੱਚਿਆਂ ਨੂੰ ਸੱਟ ਨਾ ਲੱਗਦੀ, ਇਹ ਨਾ ਰੱਬ ਲਾਉਂਦਾ। ਮਾਤਾ ਜੀ ਜਿਵੇਂ ਮਤਲਬ ਵੀਰ ਵੀ ਨੌਜਵਾਨ ਹੀ ਤੇ ਘਰ ਦਾ ਫਿਰ ਕਿਵੇਂ ਗੁਜ਼ਾਰਾ ਚੱਲਦਾ ਹੈ? ਘਰ ਦਾ ਤੇ ਬਹੁਤ ਮਾੜਾ ਹੀ ਚੱਲਦਾ ਵਾ। ਗੁੱਡੀ ਸਿਲਾਈ ਕਰਦੀ ਸੀ, ਇੱਦਾਂ ਕੱਪੜੇ ਕੁੱਪੜੇ ਸੀਨੇ, ਕੋ ਇਹਨਾਂ ਦੇ ਡੈਡੀ ਹੁਣੀ ਇੰਨੇ ਕੁ ਪੈਸੇ ਕਮਾਉਂਦੇ ਸੀ ਤੇ ਇੱਦਾਂ ਹੀ ਗੁਜ਼ਾਰਾ ਚੱਲਦਾ ਸੀ। ਹੋਰ ਤਾਂ ਕਾਰੋਬਾਰ ਸਾਡਾ ਕੋਈ ਹੈਗਾ ਹੀ ਨਹੀਂ। ਕੋਈ ਪੈਲੀ ਦਾ ਆਸਰਾ ਨਹੀਂ ਸਾਨੂੰ, ਵੀ ਪੈਲੀ ਬੰਨਾ ਹੋਵੇ ਜਾਂ ਉਹਦਾ ਬਾਹਰ ਸਾਨੂੰ ਆਸਰਾ ਹੋਵੇ, ਨਾ ਕੋਈ ਉਹ ਆ, ਨਾ ਕੋਈ ਕੰਮ ਧੰਦਾ ਹੀ ਹੈ ਕੋਈ ਚੱਜ ਦਾ ਸਾਡਾ। ਤਾਂ ਇਹੋ ਹੀ ਹੈ ਜਿਹੜਾ ਤੁਹਾਨੂੰ ਦੱਸਤਾ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਮੈਂ ਆਪ ਸਭ ਸੰਗਤਾਂ ਦੇ ਨਾਲ ਇਹੀ ਚੀਜ਼ ਜਿਹੜੀ ਸੀ ਡੀਪਲੀ ਸਾਂਝੀ ਕਰ ਰਿਹਾ ਸੀ ਕਿ ਪਰਿਵਾਰ ਕਿਤੇ ਨਾ ਕਿਤੇ ਜਿਹੜੇ ਵੀ ਆਪਾਂ ਪਰਿਵਾਰ ਦੀ ਗੱਲ ਕਰੇ ਰਹੀਏ ਸੰਗਤ ਜੀ, ਆਪਾਂ ਸਾਰੇ ਪਰਿਵਾਰਾਂ ਵਾਲੇ ਹਾਂ। ਹਰ ਬੰਦਾ ਜਿਹੜਾ ਵਾ ਉਹ ਕਿਤੇ ਨਾ ਕਿਤੇ ਆਸਾਂ ਲਾ ਕੇ ਬੈਠਾ ਹੁੰਦਾ ਹੈ, ਕਿਉਂਕਿ ਅਸੀਂ ਜੀਂਦੇ ਜੀ, ਸਾਡੇ ਸਿਆਣੇ ਕਹਿੰਦੇ ਸੀ ਜੀਵੇ ਆਸਾ ਮਰੇ ਨਿਰਾਸਾ, ਕਿ ਜੀਂਦੇ ਜੀ ਬੰਦੇ ਨੂੰ ਕਈ ਆਸਾਂ ਜਿਹੜੀਆਂ ਉਹਦੇ ਮਨ ਦੇ ਵਿੱਚ ਪੈਦਾ ਹੁੰਦੀਆਂ ਨੇ। ਪਰ ਇਸ ਵਕਤ ਜਿਹੜੇ ਨੇ ਘਰ ਦੇ ਹਾਲਾਤ ਸੰਗਤ ਜੀ ਜਿਹੜੇ, ਕਿਉਂਕਿ ਵੀਰ ਵੀ ਨੌਜਵਾਨ ਨੇ ਅਤੇ ਜਿਨ੍ਹਾਂ ਨੇ ਕੰਮ ਕਰਨਾ ਸੀ ਅਗਾਂਹ ਜਿਹੜਾ ਸੀ ਉਹ ਆਪਣੇ ਪਰਿਵਾਰ ਨੂੰ ਚਲਾਉਣਾ ਸੀ, ਅਤੇ ਪਰ ਉਹੀ ਜਿਹੜੀ ਸੀ ਇਹ ਬੱਝ ਲੱਗ ਗਈ। ਸੋ ਸੰਗਤ ਜੀ ਇੱਥੇ ਵੀਰ ਜੀ ਉਹਨਾਂ ਦੇ ਜਿਹੜੇ ਨੇ ਉਹ ਪਿਤਾ ਜੀ ਮੇਰੇ ਕੋਲ ਨੇ, ਆਪ ਸਭ ਸੰਗਤਾਂ ਦੀ ਇਹਨਾਂ ਨਾਲ ਵੀ ਸਾਂਝ ਪਾਉਣਾ। ਪਾਪਾ ਜੀ ਸੰਗਤਾਂ ਵੱਲੋਂ ਅਸੀਂ ਅੱਜ ਇੱਥੇ ਆਏ ਹਾਂ, ਅਤੇ ਤੁਸੀਂ ਕੀ ਕੰਮ ਕਰਦੇ? ਇਹ ਦਿਹਾੜੀ ਦੱਪਾਈ ਕਰਕੇ ਪੜ੍ਹਾਏ ਲਿਖਾਏ ਸੀ ਵੀ ਚਲੋ ਕੋਈ ਤਰ੍ਹਾਂ ਕਿਤੇ ਸਾਡੀ ਤੇ ਲੰਘ ਇਹ ਵਿਚਾਰਾ ਆਪਦਾ ਕਰ ਲੈਂਦਾ, ਅਸੀਂ ਵੀ ਸੁੱਖ ਵੇਖ ਲੈਂਦੇ। ਪਰ ਜਦੋਂ ਰੱਬ ਨੇ ਜਦੋਂ ਕਰਮਾਂ 'ਚ ਨਹੀਂ ਸਾਡੇ ਵੇਖਣ ਦੇ 3500-3600 ਰੁਪਏ ਨਾਲ ਕੀ ਬੰਦ ਰਾਤ ਨੂੰ ਚੌਂਕੀਦਾਰ ਉੱਥੇ ਕਰੀਦਾ। ਅਤੇ ਮੱਝ ਇੱਕ ਰੱਖੀ, ਪੱਠੇ ਕਿਸੇ ਨਾਲ ਵਢਾ ਕੇ ਲੈ ਆਏ, ਉਹਦੇ ਜੋਗੇ ਪੈਲੀ ਨਹੀਂ ਬੰਨਾ ਨਹੀਂ ਕੋਈ ਸੀ, ਆਸਰਾ ਹੀ ਨਹੀਂ ਕੋਈ ਸਾਡਾ। ਅੱਗੇ ਤਾਂ ਪਿੰਡ ਵਾਲਿਆਂ ਬੜਾ ਕੀਤਾ ਵਾ, ਸਾਡੇ ਕੋਲ ਤਾਂ ਪੈਸਾ ਹੀ ਕੋਈ ਨਹੀਂ ਹੈ। ਉਹਨਾਂ ਦਾ ਸੁਣ ਕੇ ਸਗੋਂ ਸਰੀਰ ਆਪਦਾ ਵੀ ਰਹਿ ਗਿਆ ਵੀ ਕਰਦੇ ਕੋ ਹਾਂ। ਅਤੇ ਚਲੋ ਹੋਇਆ ਕੀ ਸਾਡੇ ਨਾਲ, ਭਰਤੀ ਹੁੰਦਾ ਤਾਂ ਸਾਡਾ ਕੋਈ ਗਰੀਬੀ ਨਿਕਲ ਜਾਂਦੀ। ਚਲੋ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਮੈਂ ਉਹੀ ਆਪ ਸਭ ਸੰਗਤਾਂ ਨਾਲ ਸਾਂਝ ਪਾ ਰਿਹਾ ਸੀ ਕਿ ਹਰੇਕ ਮਾਪਿਆਂ ਦੀ ਦਿਲੀ ਖਵਾਇਸ਼ ਹੁੰਦੀ ਹੈ ਕਿ ਜਿੰਦਾ ਜੀ ਸਾਡੇ ਧੀਆਂ ਪੁੱਤ ਜਿਹੜੇ ਥਾਂ ਥਾਂ ਹੀ ਲੱਗ ਜਾਣ। ਪਰ ਸੰਗਤ ਜੀ ਤੁਸੀਂ ਸਮਝ ਸਕਦੇ ਕਿ ਕਾਲਜ ਦੇ ਵਿੱਚ ਜਿਹੜੇ ਨੇ ਬਾਪੂ ਜੀ ਹੁਣੀ ਚੌਂਕੀਦਾਰਾ ਕਰਦੇ ਨੇ, ਸਿਰਫ ਜਿਹੜੀ ਉਹਨਾਂ ਨੂੰ ਤਨਖਾਹ 3500 ਤੋਂ 3600 ਰੁਪਈਆ ਜਿਹੜੀ ਹੈ ਉਹ ਮਿਲਦੀ। ਮੇਰੇ ਹਿਸਾਬ ਨਾਲ 120 ਰੁਪਈਏ ਦਿਹਾੜੀ ਬਹਿ ਜਾਂਦੀ। ਸੋ ਸੰਗਤ ਜੀ ਤੁਸੀਂ ਸਮਝ ਸਕਦੇ, ਆਪਾਂ ਸਾਰੇ ਪਰਿਵਾਰਾਂ ਵਾਲੇ ਹਾਂ, ਕਿਉਂਕਿ ਪਹਿਲੀ ਬੰਨਾ ਵੀ ਕੋਈ ਨਹੀਂ ਹੈਗਾ। ਕਿਸੇ ਦੇ ਨਾਲ ਜਾ ਕੇ ਪੱਠੇ ਵਢਾ ਕੇ ਮਦਦ ਕਰਕੇ ਫਿਰ ਉਹ ਦੇ ਦਿੰਦੇ ਸੀ ਪੱਠੇ, ਜਿਹਦੇ ਕਰਕੇ ਚਲੋ ਇਹ ਥੋੜ੍ਹਾ ਬਹੁਤ ਆਪਣਾ ਦੁੱਧ ਵੇਚ ਕੇ ਕੁਛ ਇਹ ਉੱਥੋਂ ਜਿਹੜੀ ਤਨਖਾਹ ਮਿਲਦੀ ਸੀ ਅਤੇ ਆਪਣਾ ਜਿਹੜਾ ਸੀ ਗੁਜ਼ਾਰਾ ਕਰਦੇ। ਅਸੀਂ ਇਹਨੇ ਸਾਡੀ ਜਿੰਨੀ ਹੋ ਸਕਦੀ ਮਦਦ ਕਰਾਉਣ। ਸਾਡੇ ਕੋਲ ਕੱਖ ਨਹੀਂ, ਅੱਗੇ ਵੀ ਪਿੰਡ ਵਾਲਿਆਂ ਕੀਤੀ, ਹੁਣ ਰਾਡਾਂ ਕਢਾ ਨਹੀਂ ਸਕਦੇ ਅਸੀਂ ਮੋੜਾਂ ਹੀ ਉਦੋਂ, ਉਹਦਾ ਖਰਚਾ ਜ਼ਿਆਦਾ ਹੋਣਾ। ਰੁਪਈਆ 5-6 ਹਜ਼ਾਰ ਖੜਿਆ ਫੜ ਕੇ, ਉਹਦੇ ਨਾਲ ਗੱਲ ਨਹੀਂ ਬਣੀ। ਤਾਈਓ ਤੁਹਾਨੂੰ ਆਖਿਆ ਵੀ ਮਹਾਰਾਜ ਸਾਡੀ ਕਰੋ ਮਦਦ। ਅੱਜ ਅਸੀਂ ਇੱਕ ਹੋਰ ਪਰਿਵਾਰ ਆਪ ਸਭ ਸੰਗਤਾਂ ਦੀ ਝੋਲੀ ਵਿੱਚ ਪਾਉਣ ਜਾ ਰਹੇ ਹਾਂ, ਵੀਰ ਜੋਧਵੀਰ ਸਿੰਘ ਅਤੇ ਭੈਣ ਅਮਨ ਕੌਰ। ਅਤੇ ਆਸ ਕਰਦੇ ਹਾਂ ਕਿ ਜਿਵੇਂ ਦੂਸਰੇ ਲੋੜਵੰਦ ਪਰਿਵਾਰਾਂ ਦੀ ਸੰਗਤ ਜੀ ਆਪ ਸਭ ਸੰਗਤਾਂ ਨੇ ਵੱਧ ਤੋਂ ਵੱਧ ਸਾਥ ਦਿੱਤਾ, ਉਹਨਾਂ ਨੂੰ ਇਹਨਾਂ ਵਿਖੜਿਆ ਹਾਲਾਤਾਂ ਵਿੱਚੋਂ ਕੱਢ ਕੇ ਅਤੇ ਇੱਕ ਚੰਗੀ ਜ਼ਿੰਦਗੀ ਜਿਉਣ ਦਾ ਸਲੀਕਾ ਜਿਹੜਾ ਦਿੱਤਾ ਹੈ। ਅਤੇ ਇਸੇ ਤਰ੍ਹਾਂ ਆਪ ਇਸ ਪਰਿਵਾਰ ਦੀ ਵੀ ਜ਼ਰੂਰ ਸੰਗਤ ਜੀ ਸਹਾਇਤਾ ਕਰੋਗੇ।
ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਜਿਸ ਵਕਤ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਪੜ੍ਹੀਏ, ਮਹਾਰਾਜ ਜੀ ਬਾਣੀ ਵਿੱਚ ਇਹ ਗੱਲ ਦਰਜ ਕਰਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿ ਨ ਕੋਏ, ਕਹੋ ਨਾਨਕ ਸੁਣ ਰੇ ਮਨਾ, ਤਹਿ ਸਿਮਰਤ ਗਤ ਹੋਏ। ਕਿ ਸਾਰਿਆਂ ਨੂੰ ਸੁੱਖ ਦੇਣ ਵਾਲਾ ਜੇ ਕੋਈ ਇਸ ਜਗਤ ਦੇ ਵਿੱਚ ਹੈ ਤੇ ਉਹ ਹੈ ਅਕਾਲ ਪੁਰਖ ਪਰਮਾਤਮਾ। ਸੋ ਉਸੇ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਰਹੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ, ਕਿ ਇੱਕ ਪਰਿਵਾਰ ਦੇ ਵਿੱਚ ਦੋ ਸਕੇ ਭੈਣ ਭਰਾ ਕਾਫੀ ਦਿੱਕਤ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਜਿਵੇਂ ਪਿਛਲੀ ਥੋੜ੍ਹੀ ਜਿਹੀ ਵੀਡੀਓ ਦੇ ਵਿੱਚ ਆਪ ਸਭ ਸੰਗਤਾਂ ਦੇ ਨਾਲ ਪਰਿਵਾਰ ਦੇ ਹਾਲਾਤ ਸਾਂਝੇ ਕੀਤੇ ਸਨ ਕਿ ਵੱਡੀ ਭੈਣ ਤੋਂ ਘਰ ਆਉਂਦਿਆਂ ਹੋਇਆਂ ਵੀਰ ਜੋਧਵੀਰ ਸਿੰਘ ਅਤੇ ਭੈਣ ਅਮਨਦੀਪ ਕੌਰ ਜਿਹੜੇ ਸੀ ਆ ਰਹੇ ਸੀ, ਪਰ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ, ਜਿਸ ਕਾਰਨ ਵੀਰ ਜੀ ਦੀ ਲੱਤ ਅਤੇ ਭੈਣ ਜੀ ਉਹਨਾਂ ਦੀ ਲੱਤ ਜਿਹੜੀ ਸੀ ਉਹ ਕਾਫੀ ਜਗ੍ਹਾ ਤੋਂ ਜਿਹੜੀ ਸੀ ਉਹ ਫ੍ਰੈਕਚਰ ਹੋ ਗਈ। ਸੋ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਓਪਰੇਟ ਕਰਨਾ ਪੈਣਾ ਸੀ, ਪਰ ਘਰ ਦੇ ਹਾਲਾਤ ਇਵੇਂ ਦੇ ਸਨ ਕਿ ਓਪਰੇਟ ਜਿਹੜਾ ਸੀ ਉਹ ਨਹੀਂ ਕਰਵਾ ਸਕੇ। ਇਸ ਕਰਕੇ ਪਿੰਡ ਅਤੇ ਹੋਰ ਭੈਣ ਭਰਾਵਾਂ ਦੀ ਮਦਦ ਦੇ ਨਾਲ ਜਿਹੜਾ ਸੀ ਇਹਨਾਂ ਦਾ ਓਪਰੇਟ ਤਾਂ ਹੋ ਗਿਆ। ਪਰ ਸੰਗਤ ਜੀ, ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਰੋਡ ਜਿਹੜੀ ਹੈ ਉਹ ਲੱਤਾਂ ਦੇ ਵਿੱਚ ਪਾਈ ਜਾਂਦੀ ਹੈ ਜਦੋਂ ਸਾਡੀਆਂ ਲੱਤਾਂ ਟੁੱਟ ਜਾਂਦੀਆਂ ਨੇ। ਸੋ ਉਸੇ ਕਰਕੇ ਡਾਕਟਰ ਸਾਹਿਬ ਉਹਨਾਂ ਨੇ ਸਕਰੂ ਕੱਸ ਕੇ ਰੋਡ ਪਾਈ ਹੋਈ ਸੀ ਅਤੇ ਹੁਣ ਪਰਿਵਾਰ ਦੇ ਕੋਲ ਇੰਨੀ ਪਹੁੰਚ ਨਹੀਂ ਸੀ ਕਿ ਸੰਗਤ ਜੀ ਉਹ ਦੋਵੇਂ ਹੀ ਬੱਚਿਆਂ ਦੀ ਜਿਹੜੇ ਸੀ ਲੱਤਾਂ ਦੇ ਵਿੱਚੋਂ ਰੋਡ ਕਢਵਾ ਸਕਦੇ। ਸੋ ਇਸ ਕਰਕੇ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਸਾਡੀ ਮਦਦ ਕਰੇ, ਅਤੇ ਆਪ ਸਭ ਸੰਗਤਾਂ ਦੀ ਸ਼ਰਨ ਦੇ ਵਿੱਚ ਅਸੀਂ ਇਹ ਪਰਿਵਾਰ ਲੈ ਕੇ ਆਏ ਸਾਂ। ਅਤੇ ਆਪ ਸਭ ਸੰਗਤਾਂ ਨੇ ਜਿਵੇਂ ਹੀ ਸਾਡਾ ਹੁੰਗਾਰਾ ਭਰਿਆ ਅਤੇ ਅਸੀਂ ਅੱਜ ਦੋਨਾਂ ਹੀ ਭੈਣ ਭਰਾਵਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਲਿਆ ਕੇ ਐਡਮਿਟ ਕਰਵਾ ਦਿੱਤਾ। ਸੋ ਡਾਕਟਰ ਸਾਹਿਬ ਉਹਨਾਂ ਵੱਲੋਂ ਪਹਿਲਾਂ ਕੁਝ ਅਕਸਰੇ ਲਿਖੇ ਸਨ ਵੀਰ ਜੋਧਵੀਰ ਸਿੰਘ ਅਤੇ ਭੈਣ ਅਮਨਦੀਪ ਕੌਰ ਦੇ। ਲਗਭਗ ਜਿਹੜੇ ਨੇ 8 ਅਕਸਰੇ ਵੀਰ ਜੋਧਵੀਰ ਦੀ ਲੱਤ ਦੇ ਹੋਏ ਨੇ ਅਤੇ 6 ਅਕਸਰੇ ਜਿਹੜੇ ਆ ਉਹ ਭੈਣ ਅਮਨਦੀਪ ਕੌਰ ਉਹਨਾਂ ਦੇ ਹੋਏ ਆ। ਪਰ ਡਾਕਟਰ ਅਨੂਪ ਕਾਲੀਆ ਨਾਲ ਜਿਸ ਵਕਤ ਇਹਨਾਂ ਦੇ ਦੋਨਾਂ ਦੇ ਅਕਸਰੇ ਲੈ ਕੇ ਸੰਗਤ ਏਡ ਦੀ ਟੀਮ ਉਹਨਾਂ ਦੇ ਕੋਲ ਪਹੁੰਚੀ ਤਾਂ ਡਾਕਟਰ ਸਾਹਿਬ ਉਹਨਾਂ ਨੇ ਪਹਿਲਾਂ ਦੋਨਾਂ ਦੇ ਅਕਸਰੇ ਦੇ ਕੇ ਇਹ ਗੱਲ 'ਤੇ ਜਿਹੜੀ ਸੀ ਪੂਰੀ ਖੁੱਲ੍ਹ ਕੇ ਦੱਸ ਦਿੱਤੀ ਕਿ ਜ਼ੋਰ ਦੇ ਦੋਨਾਂ ਲੱਤਾਂ ਦੇ ਵਿੱਚ ਜਿਹੜਾ ਸੀ ਉਹ ਪ੍ਰੋਪਰ ਤੌਰ 'ਤੇ ਪੈ ਗਿਆ। ਪਰ ਵੀਰ ਜੋਧਵੀਰ ਸਿੰਘ ਜੋ ਕਿ ਜਿਨ੍ਹਾਂ ਦੀ ਲੱਤ ਦੇ ਵਿੱਚ ਰੋਡ ਜਿਹੜੀ ਸੀ ਪਈ ਹੋਈ ਸੀ ਅਤੇ ਜਿਹੜੇ ਸਕਰੂ ਸਨ ਉਹ ਕਾਫੀ ਜਿਹੜੇ ਸਨ ਉਹ ਦਰਦ ਕਰਦੇ ਸਨ, ਕਿਉਂਕਿ ਗੋਡਾ ਪ੍ਰੋਪਰ ਤੌਰ 'ਤੇ ਜਿੰਨਾ ਮੁੜਦਾ ਏ ਉਹਨਾਂ ਨਹੀਂ ਸੀ ਮੁੜ ਰਿਹਾ। ਪਰ ਡਾਕਟਰ ਸਾਹਿਬ ਉਹਨਾਂ ਨੇ ਜਦੋਂ ਇਹ ਚੀਜ਼ ਦੇਖੀ, ਡਾਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਇਹ ਗਾਈਡਲਾਈਨ ਦਿੱਤੀ ਕਿ ਜਿਹੜਾ ਗੋਡਾ ਇਹ ਤੇ ਜਿੰਨਾ ਮੁੜਨਾ ਸੀ ਹੁਣ ਮੁੜ ਗਿਆ, ਪਰ ਜਿਹੜੀ ਇਹ ਰੋਡ ਆ ਇਹਨੂੰ ਘੱਟੋ ਘੱਟ 2 ਮਹੀਨੇ ਦੀ ਜਿਹੜੀ ਹੈ ਟਾਈਮ ਪੀਰੀਅਡ ਲੱਗੇਗਾ, ਹੋਰ ਉਸ ਤੋਂ ਬਾਅਦ ਹੀ ਜਿਹੜਾ ਵਾ ਇਹ ਓਪਰੇਟ ਹੋ ਸਕਦਾ ਹੈ। ਪਰ ਭੈਣ ਅਮਨਦੀਪ ਕੌਰ ਉਹਨਾਂ ਦਾ ਜਦੋਂ ਉਹਨਾਂ ਨੂੰ ਕੇਸ ਦਿਖਾਇਆ, ਅਕਸਰੇ ਦੇਖੇ, ਤਾਂ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਭੈਣ ਜੀ ਉਹਨਾਂ ਦਾ ਜਿਹੜਾ ਵਾ ਉਹ ਓਪਰੇਟ ਹੋ ਸਕਦਾ ਹੈ। ਸੋ ਉਸੇ ਤਹਿਤ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਭੈਣ ਅਮਨਦੀਪ ਕੌਰ ਉਹਨਾਂ ਨੂੰ ਅੱਜ ਅਸੀਂ ਐਡਮਿਟ ਕਰਵਾ ਦਿੱਤਾ ਅਤੇ ਇਸ ਵਕਤ ਅਸੀਂ ਫੀਮੇਲ ਵਾਰਡ ਦੇ ਵਿੱਚ ਸੰਗਤ ਜੀ ਮੌਜੂਦ ਹਾਂ। ਅਤੇ ਅਸੀਂ ਅਕਸਰੇ ਕੁਛ ਲਿਖੇ ਸਨ ਡਾਕਟਰ ਸਾਹਿਬ ਉਹਨਾਂ ਨੇ। ਸੋ ਦੋਨਾਂ ਹੀ ਭੈਣ ਭਰਾਵਾਂ ਦੇ ਭੈਣ ਜੀ ਉਹਨਾਂ ਦੇ 6 ਅਕਸਰੇ ਹੋਏ ਅਤੇ ਵੀਰ ਦੇ 8 ਅਕਸਰੇ ਹੋਏ ਸੀ। ਸੋ ਉਸ ਮੁਤਾਬਕ ਡਾਕਟਰ ਅਨੂਪ ਕਾਲੀਆ ਉਹਨਾਂ ਨੇ ਜਿਹੜਾ ਸੀ ਵੀਰ ਜੋਧਵੀਰ ਸਿੰਘ ਦਾ ਜਿਹੜਾ ਓਪਰੇਟ ਦਾ ਸਮਾਂ ਸੀ ਉਹ 2 ਮਹੀਨੇ ਡਿਕਲੇਅਰ ਬਾਅਦ ਕੀਤਾ ਸੀ, ਕਿਉਂਕਿ ਹਾਲੇ ਥੋੜ੍ਹਾ ਜਿਹੜਾ ਪਹਿਲਾ ਜ਼ਖਮ ਸੀ ਉਹ ਵਾਲਾ ਸੀ। ਇਸ ਕਰਕੇ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਕਿ 2 ਮਹੀਨਿਆਂ ਦੀ ਰਿਕਵਰੀ ਤੋਂ ਬਾਅਦ ਹੀ ਕੁਛ ਡਿਸੀਜਨ ਲਿਆ ਜਾ ਸਕਦਾ ਹੈ ਵੀਰ ਜੋਧਵੀਰ ਸਿੰਘ ਦਾ। ਪਰ ਜਿਸ ਵਕਤ ਭੈਣ ਅਮਨਦੀਪ ਕੌਰ ਉਹਨਾਂ ਦੇ ਦੋਨੇ ਹੀ ਅਕਸਰੇ ਡਾਕਟਰ ਅਨੂਪ ਕਾਲੀਆ ਨੂੰ ਦਿਖਾਏ ਤਾਂ ਉਹਨਾਂ ਨੇ ਕਿਹਾ ਸੀ ਕਿ ਭੈਣ ਜੀ ਉਹਨਾਂ ਦਾ ਜਿਹੜਾ ਓਪਰੇਟ ਹੋ ਸਕਦਾ ਹੈ। ਸੋ ਇਸ ਕਰਕੇ ਐਮਰਜੈਂਸੀ ਸੰਗਤ ਜੀ ਭੈਣ ਅਮਨਦੀਪ ਕੌਰ ਉਹਨਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ ਐਡਮਿਟ ਕਰਵਾਇਆ ਗਿਆ ਸੀ। ਸੋ ਕੱਲ੍ਹ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਸੀ ਅਤੇ ਅੱਜ ਉਹਨਾਂ ਦਾ ਓਪਰੇਟ ਹੋ ਗਿਆ ਹੈ। ਸੋ ਆਪ ਸਭ ਸੰਗਤਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਵਾ ਧੰਨਵਾਦ ਕਰਦੇ ਹਾਂ, ਕਿਉਂਕਿ ਗੱਲ ਕਰਾਂ ਪਰਿਵਾਰ ਦੀ ਤਾਂ ਸੰਗਤ ਜੀ ਪਰਿਵਾਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਸੀ ਸਲਾਹ ਬਣਾ ਰਿਹਾ ਸੀ, ਪਰ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਕੁਝ ਖਰਚੇ ਇੰਨੇ ਵੱਡੇ ਹੁੰਦੇ ਨੇ ਕਿ ਹਰ ਪਰਿਵਾਰ ਦੇ ਜਿਹੜਾ ਵਾ ਉਹ ਮੈਨੇਜ ਨਹੀਂ ਕਰ ਸਕਦਾ। ਸੋ ਇਸੇ ਹੀ ਕਰਕੇ ਵੀਰ ਜੋਧਵੀਰ ਸਿੰਘ ਅਤੇ ਵੀਰ ਭੈਣ ਅਮਨਦੀਪ ਕੌਰ ਉਹਨਾਂ ਦਾ ਪਰਿਵਾਰ ਵੀ ਇਹ ਜਿਹੜੇ ਸੀ ਖਰਚੇ ਨਹੀਂ ਸੀ ਪੂਰੇ ਕਰ ਸਕਦਾ। ਇਸ ਕਰਕੇ ਇਹਨਾਂ ਨੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਸਾਡੀ ਮਦਦ ਕੀਤੀ ਜਾਵੇ। ਸੋ ਉਸੇ ਤਹਿਤ ਸੰਗਤ ਜੀ ਅਸੀਂ
ਅੱਜ ਇਹਨਾਂ ਨੂੰ ਓਪਰੇਟ ਤੋਂ ਬਾਅਦ ਫਿਰ ਫੀਮੇਲ ਵਾਰਡ ਦੇ ਵਿੱਚ ਲੈ ਕੇ ਆਏ ਹਾਂ। ਅਤੇ ਆਓ ਸਭ ਤੋਂ ਪਹਿਲਾਂ ਮੈਂ ਆਪ ਸਭ ਸੰਗਤਾਂ ਦੀ ਸਾਂਝ ਜਿਹੜੀ ਹੈ ਉਹ ਭੈਣ ਅਮਨਦੀਪ ਕੌਰ ਉਹਨਾਂ ਦੇ ਨਾਲ ਪਾਉਣਾ, ਕਿਉਂਕਿ ਉਹੀ ਅਸਲ ਦੇ ਵਿੱਚ ਦੱਸ ਸਕਦੇ ਨੇ ਕਿ ਕੀ ਹਾਲ ਹੈ ਹੁਣ ਉਹਨਾਂ ਦਾ। ਭੈਣੇ ਕੀ ਹਾਲ ਹੈ ਹੁਣ? ਹਾਂਜੀ ਹੁਣ ਠੀਕ ਹੈ। ਠੀਕ ਹੈ ਜੀ। ਹਾਂਜੀ। ਹੋਰ ਸੰਗਤ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਕਿਉਂਕਿ ਸੰਗਤਾਂ ਵੱਲੋਂ ਅੱਜ ਤੁਹਾਡਾ ਓਪਰੇਟ ਹੋ ਕੇ ਠੀਕ ਹੋ ਕੇ ਹੁਣ ਤੁਸੀਂ ਫਿਰ ਫੀਮੇਲ ਵਾਰਡ 'ਚ ਆ ਗਏ ਅਤੇ 1-2 ਦਿਨ ਤੱਕ ਤੁਹਾਨੂੰ ਛੁੱਟੀ ਮਿਲ ਜਾਣੀ। ਤੁਸੀਂ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ? ਮੈਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਦੇ ਕਰਕੇ ਅੱਜ ਮੇਰਾ ਅਪਡੇਟ ਹੋ ਸਕਿਆ। ਸੋ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਜਿਹੜੇ ਸਕਰੂ ਸੀ, ਇੱਕ ਰੋਡ ਜਿਹੜੀ ਹੈ ਭੈਣ ਅਮਨਦੀਪ ਕੌਰ ਦੀ ਜਿਹੜੀ ਹੈ ਲੱਤ ਦੇ ਵਿੱਚੋਂ ਕੱਢੀ ਗਈ। ਸੋ ਸੰਗਤ ਜੀ ਇਹ ਜਿਹੜਾ ਕਾਰਜ ਹੈ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਜਿਹੜਾ ਵਾ ਉਹ ਨੇਪਰੇ ਚੜ੍ਹਿਆ ਹੈ। ਅਤੇ ਗੁਰੂ ਅਤੇ ਸੰਗਤ ਦੇ ਦਰ 'ਤੇ ਕਦੀ ਵੀ ਕੋਈ ਖਾਲੀ ਨਹੀਂ ਜਾਂਦਾ, ਕਿਉਂਕਿ ਸੰਗਤ ਅਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੋ ਸਕਦਾ। ਸੋ ਆਪ ਸਭ ਸੰਗਤਾਂ ਨੇ ਦਿਲ ਖੋਲ੍ਹ ਕੇ ਜਿਹੜਾ ਵਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਿਆ ਅਤੇ ਭੈਣ ਅਮਨਦੀਪ ਕੌਰ ਉਹਨਾਂ ਦਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਰੇਟ ਹੋ ਗਿਆ। ਭੈਣ ਜੀ ਉਹਨਾਂ ਨੂੰ ਜਿਹੜੀ ਇਹ ਸੰਗਤ ਜੀ ਉਹ ਛੁੱਟੀ ਵੀ ਮਿਲ ਜਾਣੀ ਹੈ। ਸੋ ਅਸੀਂ ਫਿਰ ਤੋਂ ਆਪ ਸਭ ਸੰਗਤਾਂ ਦਾ ਜਿੱਥੇ ਧੰਨਵਾਦ ਕਰਦੇ ਹਾਂ, ਉੱਥੇ ਇਹੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਸੰਗਤ ਜੀ ਅਸੀਂ ਹੁਣ ਤੱਕ ਜਿੰਨੇ ਵੀ ਪਰਿਵਾਰ ਲੈ ਕੇ ਆਏ ਹਾਂ, ਆਪ ਸਭ ਸੰਗਤਾਂ ਨੇ ਬੜਾ ਹੀ ਦਿਲ ਖੋਲ੍ਹ ਕੇ ਮੋਢੇ ਨਾਲ ਮੋਢਾ ਜੋੜ ਕੇ ਅਤੇ ਇਹਨਾਂ ਪਰਿਵਾਰਾਂ ਦਾ ਸੰਗਤ ਜੀ ਤੁਸੀਂ ਸਾਥ ਦਿੱਤਾ। ਅਤੇ ਆਸ ਕਰਦੇ ਹਾਂ ਕਿ ਅਗਾਂਹ ਵੀ ਅਸੀਂ ਜੋ ਵੀ ਲੋੜਵੰਦ ਪਰਿਵਾਰ ਸੀ ਆਪ ਸਭ ਸੰਗਤਾਂ ਦੀ ਝੋਲੀ ਵਿੱਚ ਪਾਵਾਂਗੇ। ਆਪ ਸਭ ਸੰਗਤਾਂ ਐਵੇਂ ਹੀ ਦਿਲ ਖੋਲ੍ਹ ਕੇ ਅਤੇ ਉਹਨਾਂ ਦੀ ਕਿਰਤ ਕਮਾਈ ਦੇ ਵਿੱਚ ਸੰਗਤ ਜੀ ਉਹਨਾਂ ਦੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਵੱਧ ਚੜ੍ਹ ਕੇ ਦਸਵੰਧ ਕੱਢ ਕੇ ਅਤੇ ਉਹਨਾਂ ਦਾ ਸਹਿਯੋਗ ਕਰੋਗੇ। ਸੋ ਆਪ ਸਭ ਸੰਗਤਾਂ ਦੀ ਮੈਂ ਮਾਤਾ ਜੀ ਉਹਨਾਂ ਦੇ ਨਾਲ ਵੀ ਸੰਗਤ ਜੀ ਜਿਹੜੀ ਆ ਉਹ ਸਾਂਝ ਪਾਉਣਾ। ਮਾਤਾ ਜੀ ਅੱਜ ਓਪਰੇਟ ਹੋ ਗਿਆ ਸਭ ਤੋਂ ਪਹਿਲਾਂ ਤਾਂ ਬੜੀ ਮੈਨੂੰ ਆਪ ਖੁਸ਼ੀ ਹੋ ਰਹੀ, ਕਿਉਂਕਿ ਭੈਣ ਹਲੇ ਜੰਗ ਕੱਲ੍ਹ ਨੂੰ ਇਹਨੇ ਹਲੇ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਸੀ ਅਤੇ ਅੱਜ ਓਪਰੇਟ ਹੋ ਗਿਆ ਹੈ। ਅਤੇ ਠੀਕ ਨੇ ਭੈਣ ਜੀ? ਉਹਨੇ ਕੀਤੀ ਗੱਲਬਾਤ? ਠੀਕ ਭੈਣ ਜੀ, ਹਾਂ ਬਹੁਤ ਧੰਨਵਾਦ ਹੀ ਆਨੇ। ਚਲੋ ਆਨੇ ਹੁੰਦੇ ਹੋ ਗਿਆ, ਚਲੋ ਅਸੀਂ ਇਹੋ ਆਨੇ ਵੀ ਚਲੋ ਹੋ ਜਾਣੇ ਇਹਨਾਂ ਬੱਚਿਆਂ ਦਾ। ਅਤੇ ਇੱਦਾਂ ਬਹੁਤ ਅੱਗੇ ਵੀ ਪੈਸਾ ਲੱਗਾ ਵਾ, ਅਸੀਂ ਲਾਉਣ ਜੋਗੇ ਨਹੀਂ ਸੀ। ਅਤੇ ਹੁਣ ਇਹੋ ਆਨੇ ਵੀ ਸਾਧ ਸੰਗਤ ਜੀ ਬਹੁਤ ਸਾਡਾ ਧੰਨਵਾਦ, ਅਤੇ ਚਲੋ ਤੁਸੀਂ ਸੇਵਾ ਕੀਤੀ ਇਹਨੇ। 2 ਕੁ ਮਹੀਨਿਆਂ ਬਾਅਦ ਵੀ ਜੋਧਵੀਰ ਸਿੰਘ ਉਹਨਾਂ ਦਾ ਵੀ ਜਿਹੜਾ ਵਾ ਉਹ ਓਪਰੇਟ ਹਾਲੇ ਹੋਣਾ ਹੈ। ਸੋ ਇਸ ਕਰਕੇ ਜਿੱਥੇ ਅਸੀਂ ਆਪ ਸਭ ਸੰਗਤਾਂ ਦਾ ਧੰਨਵਾਦ ਕਰਦੇ ਕਿ ਤੁਸੀਂ ਭੈਣ ਅਮਨਦੀਪ ਕੌਰ ਉਹਨਾਂ ਦਾ ਜਿਹੜਾ ਵਾ ਇੰਨਾ ਸਾਥ ਦਿੱਤਾ, ਇਹਨਾਂ ਦਾ ਓਪਰੇਟ ਕਰਵਾਇਆ, ਉੱਥੇ ਵੀ ਜੋਧਵੀਰ ਸਿੰਘ ਉਹਨਾਂ ਨੂੰ ਵੀ 2 ਕੁ ਮਹੀਨਿਆਂ ਤੱਕ ਜਿਹੜਾ ਵਾ ਫਿਰ ਸੰਗਤ ਜੀ ਤੁਹਾਡੇ ਵੱਲੋਂ ਹੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਲਿਆਂਦਾ ਜਾਣਾ ਹੈ ਅਤੇ ਉਹਨਾਂ ਦੀ ਵੀ ਰੋਡ ਕੱਢੀ ਜਾਣੀ ਜੋ ਸਕਰੂ ਪਾਏ ਗਏ ਨੇ। ਸੋ ਖਰਚਾ ਉਹ ਵੀ ਬੜਾ ਵੱਡਾ ਹੈ। ਸੋ ਸੰਗਤ ਜੀ ਇਸ ਕਰਕੇ ਅਸੀਂ ਫਿਰ ਭੈਣ ਜੀ ਦੇ ਨਾਲ ਨਾਲ ਵੀਰ ਜੋਧਵੀਰ ਸਿੰਘ ਉਹਨਾਂ ਦੀ ਵੀ ਜਿਹੜੀ ਹੈ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਸੰਗਤ ਜੀ ਜ਼ਰੂਰ ਆਪ ਸਭ ਸੰਗਤਾਂ ਨੇ ਜਿਵੇਂ ਹੁਣ ਤੱਕ ਭੈਣ ਅਮਨਦੀਪ ਕੌਰ ਉਹਨਾਂ ਦਾ ਇੰਨਾ ਸਾਥ ਦਿੱਤਾ ਹੈ, ਅਤੇ ਆਸ ਕਰਦੇ ਹਾਂ ਕਿ ਵੀਰ ਜੋਧਵੀਰ ਸਿੰਘ ਉਹਨਾਂ ਦੇ ਵੀ ਜ਼ਰੂਰ ਆਪ ਇਵੇਂ ਹੀ ਸਹਿਯੋਗ ਕਰਕੇ ਅਤੇ ਉਹਨਾਂ ਦਾ ਸੰਗਤ ਜੀ ਜਿਹੜਾ ਵਾ ਓਪਰੇਟ ਕਰਵਾਓਗੇ ਜੋ ਰਹਿੰਦਾ ਟਰੀਟਮੈਂਟ, ਕਿਉਂਕਿ ਹੁਣ ਓਪਰੇਟ ਦੇ ਹੋ ਗਏ ਪਰ ਉਸ ਤੋਂ ਬਾਅਦ ਸੰਗਤ ਜੀ ਭੈਣ ਜੀ ਹੁਣਾਂ ਨੂੰ ਐਂਟੀਬਾਇਓਟਿਕ ਵੀ ਚੱਲਣੇ ਜਿਹੜੇ ਕਾਫੀ ਐਕਸਪੈਂਸਿਵ ਹੁੰਦੇ ਨੇ। ਸੋ ਇਸ ਕਰਕੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਜੇ ਉਹਦੀ ਵੀ ਅਗਾਂਹ ਲੋੜ ਪੈਂਦੀ ਡਾਕਟਰ ਸਾਹਿਬ ਸੁਜੈਸਟ ਕਰਦੇ ਨੇ ਅਤੇ ਜ਼ਰੂਰ ਆਪ ਸਭ ਸੰਗਤਾਂ ਇਵੇਂ ਹੀ ਵੱਧ ਚੜ੍ਹ ਕੇ ਇਹਨਾਂ ਦਾ ਸਾਥ ਦੇਣਾ। ਅਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜ਼ਰੂਰ ਇਵੇਂ ਹੀ ਵੱਧ ਤੋਂ ਵੱਧ ਸੰਗਤ ਜੀ ਜੋ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਹਰੇਕ ਕਾਇਨਾਤ ਹਰੇਕ ਜੀਵ ਦੇ ਵਿੱਚ ਉਸੇ ਹੀ ਅਕਾਲ ਪੁਰਖ ਦੀ ਜੋਤ ਜਿਹੜੀ ਹੈ ਉਹ ਜਗ ਰਹੀ ਹੈ। ਆਪ ਇਸੇ ਹੀ ਜੋਤ ਨੂੰ ਮਹਿਸੂਸ ਕਰਦੇ ਹੋਏ ਜੋ ਵੀ ਲੋੜਵੰਦ ਪਰਿਵਾਰ ਹੁੰਦਾ ਹੈ ਸੰਗਤ ਜੀ ਤੁਸੀਂ ਉਹਨੂੰ ਉਹਦੀ ਮਦਦ ਕਰਕੇ ਅਤੇ ਉਹਨਾਂ ਵਿਖੜੇ ਹਾਲਾਤਾਂ ਵਿੱਚੋਂ ਕੱਢ ਕੇ ਅਤੇ ਇੱਕ ਚੰਗੀ ਜ਼ਿੰਦਗੀ ਅਤੇ ਜੀਵਨ ਜਾਚ ਜਿਹੜਾ ਵਾ ਉਹ ਸਿਖਾਉਂਦੇ ਜੋ ਸੰਗਤ ਜੀ। ਕਿਉਂਕਿ ਸਤਿਗੁਰਾਂ ਦੀ ਜਦੋਂ ਅਸੀਂ ਬਾਣੀ ਨੂੰ ਪੜ੍ਹੀਏ ਤਾਂ ਮਹਾਰਾਜ ਜੀ ਨੇ ਬਾਰ-ਬਾਰ ਸਾਨੂੰ ਬਾਣੀ ਦੇ ਵਿੱਚ ਇਹੀ ਗੱਲ ਸਮਝਾਈ ਹੈ ਕਿ ਇਸ ਮਨੁੱਖਾ ਦੇਹੀ ਨੂੰ ਜੋ ਦੁੱਖਾਂ ਦਲਿੱਦਰਾਂ ਦੇ ਵਿੱਚੋਂ ਕੋਈ ਕੱਢ ਸਕਦਾ ਹੈ ਅਤੇ ਉਹ ਸਿਰਫ ਰੱਬ ਦਾ ਨਾਮ ਹੀ ਕੱਢ ਸਕਦਾ। ਅਸੀਂ ਅੰਮ੍ਰਿਤ ਬਾਣੀ ਦਾ ਇਹ ਬਚਨ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੋ ਆਪ ਉਸੇ ਹੀ ਜਿਹੜਾ ਵਾ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈ ਬੈਠੇ ਹੋ, ਤਾਂ ਹੀ ਤੁਸੀਂ ਜੋ ਗੁਰੂ ਨਾਨਕ ਅਰਜਨ ਸਾਹਿਬ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਦੇ ਮਾਂ ਵਾਕਾਂ ਅਨੁਸਾਰ ਸਾਰਿਆਂ ਦੇ ਵਿੱਚ ਹੀ ਸੰਗਤ ਜੀ ਤੁਸੀਂ ਉਸੇ ਹੀ ਅਕਾਲ ਪੁਰਖ ਦੀ ਜੋਤ ਨੂੰ ਮਹਿਸੂਸ ਕਰਦੇ ਜੋ। ਅਤੇ ਆਸ ਕਰਦੇ ਹਾਂ ਕਿ ਸੰਗਤ ਜੀ ਜਿਵੇਂ ਇਸ ਪਰਿਵਾਰ ਦਾ ਤੁਸੀਂ ਸਾਥ ਦਿੱਤਾ ਹੈ ਭੈਣ ਅਮਨਦੀਪ ਕੌਰ ਦਾ, ਅਤੇ ਇਵੇਂ ਹੀ ਆਪ ਵੀਰ ਜੋਧਵੀਰ ਸਿੰਘ ਦਾ ਵੀ ਇਵੇਂ ਹੀ ਸਹਿਯੋਗ ਕਰੋਗੇ। ਸੋ ਸੰਗਤ ਜੀ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ
ਖਿਮਾ ਦਾ ਜਾਚ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।